ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਔਨ 에ਅਰ। ਮੈਂ ਹਾਂ ਜਸਨੂਰ ਤਵਨ। ਵੱਖ-ਵੱਖ ਤਰ੍ਹਾਂ ਦੇ ਐਪੀਸੋਡਸ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ। ਅੱਜ ਅਸੀਂ ਗੱਲ ਕਰਾਂਗੇ ਵਿਮਨ ਹੈਲਥ ਟਾਕ ਦੇ ਬਾਰੇ। ਕਿਸ ਤਰ੍ਹਾਂ ਕੁੜੀਆਂ ਨੂੰ ਯੰਗ ਏਜ ਵਿੱਚ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਦੇਖਿਆ ਹੋਏਗਾ ਕਈ ਕੁੜੀਆਂ ਨੂੰ ਬੱਚਾ ਜੰਮਣ 'ਚ ਬਹੁਤ ਤਕਲੀਫ ਆਉਂਦੀ ਹੈ ਤੇ ਇਸ ਦਾ ਕੀ ਕਾਰਨ ਹੈ। ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਤਾਂ ਖਾਣ ਪਾਨ ਇੰਨਾ ਵਧੀਆ ਹੁੰਦਾ ਸੀ ਕਿ ਤਕਲੀਫ ਘੱਟ ਆਉਂਦੀ ਸੀ, ਬਟ ਅੱਜ ਕੱਲ੍ਹ ਦੇ ਜੰਕ ਫੂਡ ਨੇ ਲੋਕਾਂ ਨੂੰ ਇੰਨਾ ਮਾਰ ਦਿੱਤਾ ਹੈ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜੋ ਅਸੀਂ ਨਿਗਲੈਕਟ ਕਰਦੇ ਹਾਂ ਆਪਣੀ ਐਕਚੁਅਲ ਲਾਈਫ ਦੇ ਵਿੱਚ, ਉਹਨਾਂ ਤੇ ਕਿੰਨਾ ਧਿਆਨ ਦੇਣਾ ਜ਼ਰੂਰੀ ਹੈ। ਅਸੀਂ ਗੱਲ ਕਰਾਂਗੇ ਡਾਕਟਰ ਵਿਭੂ ਮੋਦਗੀ ਨਾਲ। ਸੁਬਨ ਹਸਪੀਟਲ ਤੋਂ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜਸਨੂਰ। ਸਤਿ ਸ਼੍ਰੀ ਅਕਾਲ ਸਾਰੇ ਮੇਰੇ ਸਰੋਤਾਂ ਦਾ। ਮੈਂ ਡਾਕਟਰ ਵਿਧੂ ਮੌਦਗੀ ਨਾਲ ਸੁਮਨ ਹਸਪੀਟਲ 'ਚ ਲਾਸਟ 20 ਇਅਰਸ ਤੋਂ ਕੰਮ ਕਰ ਰਹੀ ਹਾਂ ਤੇ ਵੂਮਨ ਹੈਲਥ ਦੇ ਹੀ ਕੰਮ ਕਰ ਰਹੇ ਹਾਂ। ਸੋ ਬੇਸਿਕਲੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਬਹੁਤ ਸਾਰੀ ਲੇਡੀਜ਼ ਨੂੰ ਪ੍ਰੋਬਲਮ ਆ ਰਹੀ ਹੈ ਬੱਚਾ ਹੋਣ 'ਚ, ਵੈਸੇ ਵੀ ਜਨਰਲ ਹੈਲਥ ਇਸ਼ੂਜ਼ ਜ਼ਿਆਦਾ ਆ ਰਹੇ ਨੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਜੋ ਮੈਂ ਹੁਣ ਦੇਖ ਰਹੀ ਹਾਂ, ਬਿਕੋਜ਼ ਇੰਨੇ 20 ਸਾਲ ਤੋਂ ਜਦ ਕੰਮ ਕਰ ਰਹੇ ਜੋ ਹੁਣ ਦੇਖ ਰਹੀ ਹਾਂ, ਡੈਫੀਨੇਟਲੀ ਜਿਹੜੀ ਗਰਲਸ ਨੇ ਉਹ ਆਪਣੀ ਹੈਲਥ ਦਾ ਇੰਨਾ ਧਿਆਨ ਨਹੀਂ ਰੱਖਦੀਆਂ। ਕਿਸ ਕਰਕੇ? ਸ਼ਾਇਦ ਜੰਕ ਫੂਡ ਜ਼ਿਆਦਾ ਖਾ ਰਹੇ ਨੇ। ਫੂਡ ਬੱਚਿਆਂ ਨੂੰ ਜੋ 16 ਇਅਰਸ ਦੀ 14 ਇਅਰਸ ਦੀ ਜਿਸ ਮਦਰਸ ਲੈ ਕੇ ਆਉਂਦੇ ਨੇ ਉਹ ਇਹੀ ਕਹਿੰਦੇ ਨੇ ਜੀ ਇਹ ਗ੍ਰੀਨ ਵੈਜੀਟੇਬਲਸ ਨਹੀਂ ਖਾਂਦੇ, ਦੁੱਧ ਨਹੀਂ ਪੀਂਦੇ। ਜਦ ਇਹ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ ਸਾਡੇ ਕੋਲ ਸਾਡੇ ਓਲਡ ਏਜ 'ਚ ਤੇ ਅਸੀਂ ਉਹ ਜ਼ਿਆਦਾ ਚੀਜ਼ਾਂ ਖਾਂਦੇ ਸੀ। ਪਰ ਹੁਣ ਬੱਚੇ ਜ਼ੋਮੈਟੋ, ਸਵੀਗੀ ਇਹ ਆਉਣ ਨਾਲ ਇਹ ਇਹਨਾਂ ਚੀਜ਼ਾਂ 'ਚ ਇੰਨੇ ਨਿਰਭਰ ਹੋ ਗਏ ਨੇ ਤੇ ਉਹ ਪੁੱਛਦੇ ਵੀ ਨਹੀਂ ਨੇ ਤੇ ਆਰਡਰ ਕਰ ਦਿੰਦੇ ਨੇ ਤੇ ਖਾ ਲੈਂਦੇ ਨੇ। ਇਹਨਾਂ ਪੇਰੈਂਟਸ ਨੂੰ ਥੋੜੀ ਪ੍ਰੋਬਲਮ ਵੀ ਹੈ, ਯੈਸ, ਕਿ ਸਾਡਾ ਬੱਚਾ ਜਦ ਹਰੀ ਸਬਜ਼ੀ ਨਹੀਂ ਖਾਏਗਾ, ਸਿਰਫ ਜੰਕ ਫੂਡ ਹੀ ਖਾਏਗਾ ਤੇ ਉਹਦੀ ਨਿਊਟ੍ਰੀਸ਼ਨਲ ਹੈਲਥ ਦਾ ਕੀ ਹੋਏਗਾ। ਅੱਗੇ ਜਾ ਕੇ ਪ੍ਰੋਬਲਮ ਵਧਣਗੀਆਂ ਕਿਉਂਕਿ ਜਿਸ ਤਰ੍ਹਾਂ ਹੁਣ ਲੇਡੀਜ਼ ਜ਼ਿਆਦਾ ਕੰਮ ਕਰ ਰਹੀਆਂ ਨੇ ਤੇ ਜੇ ਉਹ ਇਸ 'ਚ ਇੰਨੀ ਡਿਪੈਂਡੈਂਟ ਹੋ ਜਾਣਗੀਆਂ ਤੇ ਡੈਫੀਨੇਟਲੀ ਉਹਨਾਂ ਦੀ ਹੈਲਥ 'ਤੇ ਪ੍ਰੋਬਲਮ ਆਏਗੀ। ਤੇ ਛੋਟੀ ਉਮਰ ਤੋਂ ਹੀ ਜਿੱਦਾਂ ਹੁਣ ਪਹਿਲੇ ਹੁੰਦਾ ਸੀਗਾ ਕੁੜੀਆਂ ਦਾ ਵਿਆਹ ਜਲਦੀ ਹੋ ਜਾਂਦਾ ਸੀਗਾ, ਫਿਰ ਲੇਟ ਹੋਣਾ ਸ਼ੁਰੂ ਹੋ ਗਿਆ। ਹੁਣ ਫਿਰ ਉਹੀ ਟਾਈਮ ਆ ਗਿਆ ਕਿ 23-24 ਸਾਲ ਤੱਕ ਕੁੜੀਆਂ ਦਾ ਵਿਆਹ ਕਰ ਦਿੰਦੇ ਆ ਤੇ ਫਿਰ ਉਹਨਾਂ ਨੂੰ ਇੱਕ ਤਕਲੀਫ ਆਣੀ ਸ਼ੁਰੂ ਹੋ ਜਾਂਦੀ ਹੈ, ਕੰਪਲਿਕੇਸ਼ਨਸ ਆਉਂਦੀ ਹੈ ਪ੍ਰੈਗਨੈਂਸੀ ਦੇ ਵਿੱਚ। ਤੇ ਕਿਸ ਏਜ ਤੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰ ਦੇਣ, ਕੀ ਖਾਣ, ਛੋਟੀ ਉਮਰ ਤੋਂ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰਨ? ਸਾਨੂੰ ਤਾਂ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖਣਾ ਚਾਹੀਦਾ ਇਹ ਕਰਕੇ, ਕਿਉਂਕਿ ਸਾਡਾ ਜਿਹੜਾ ਬੇਸ ਹੈ ਹੈਲਥ ਦਾ ਉਹ ਬਚਪਨ 'ਚ ਹੀ ਬਣ ਜਾਂਦਾ ਹੈ। ਕੁੜੀਆਂ ਨੂੰ ਸਭ ਬੱਚਿਆਂ ਨੂੰ ਜ਼ਿਆਦਾ ਖੇਡਣਾ ਚਾਹੀਦਾ। ਆਊਟਡੋਰ ਗੇਮਸ ਕਿਸੇ ਨਾ ਕਿਸੇ ਤਰ੍ਹਾਂ ਦੀ ਆਪਾਂ ਨੂੰ ਕਰਨੀ ਚਾਹੀਦੀ, ਚਾਹੇ ਸਾਈਕਲਿੰਗ ਹੋ, ਰਨਿੰਗ ਹੋ, ਬੈਡਮਿੰਟਨ ਹੋ। ਸਭ ਬੱਚਿਆਂ ਨੂੰ ਜ਼ਿਆਦਾ, ਜੇ ਅੱਜ ਕੱਲ੍ਹ ਜੋ ਬੱਚੇ ਹੋ ਗਏ ਟੀਵੀ ਤੇ ਆ ਕੇ ਜਾਂ ਰਿਮੋਟ ਗੇਮਸ ਜਾਂ ਆਪਾਂ ਮੋਬਾਈਲ ਗੇਮਸ 'ਚ ਜ਼ਿਆਦਾ ਵਿਅਸਤ ਹੋ ਗਏ ਨੇ, ਉਸ ਕਰਕੇ ਉਹਨਾਂ ਦੀ ਬੋਡੀ ਹੈਲਥ, ਉਹਨਾਂ ਦੇ ਸਟਰਕਚਰ 'ਚ ਬਹੁਤ ਚੇਂਜਸ ਆ ਜਾਣਗੀਆਂ। ਅੱਗੇ ਜਾ ਕੇ ਡੈਫੀਨੇਟਲੀ ਹੁਣ ਜਿਸ ਤਰ੍ਹਾਂ ਕਹਿੰਦੇ ਆ ਸਿਜ਼ੇਰੀਅਨ ਰੇਟ ਵੱਧ ਜਾਂਦੇ ਨੇ। ਕਿਉਂਕਿ ਗਰਲਸ ਖੇਡਦੀਆਂ ਨਹੀਂ ਨੇ, ਉਹਨਾਂ ਦੀ ਬੋਨਸ ਇੰਨੀ ਸਟਰੋਂਗ ਨਹੀਂ ਪਾਉਂਦੀਆਂ, ਫਿਰ ਡਿਲੀਵਰੀ ਹੋਣ 'ਚ ਪ੍ਰੋਬਲਮ ਜ਼ਿਆਦਾ ਹੋ ਜਾਂਦੀਆਂ ਨੇ। ਪਰ ਯੰਗ ਏਜ 'ਚ ਹੀ ਸਾਨੂੰ ਗ੍ਰੀਨ ਵੈਜੀਟੇਬਲਸ, ਕਿਉਂਕਿ ਲੇਡੀ ਦੀ ਇੱਕ ਗਰਲ ਜਦੋਂ ਪੈਦਾ ਹੁੰਦੀ ਹੈ ਉਹਨੂੰ ਡਿਫਰੈਂਟ ਸਟੇਜਸ ਆਫ ਲਾਈਫ 'ਤੇ ਜਾਣਾ ਪੈਂਦਾ। ਜਿਵੇਂ ਉਹਨੂੰ ਪੀਰੀਅਡ ਸ਼ੁਰੂ ਹੋਣਗੇ, ਫਿਰ ਉਹਨੇ ਮਦਰ ਬਣਨਾ ਹੈ, ਫਿਰ ਉਹਦੀ ਮੀਨੋਪੌਜ਼ ਆਉਣੀ ਹੈ। ਤੇ ਜੇ ਆਪਾਂ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖੀਏ, ਆਪਣਾ ਕੈਲਸ਼ੀਅਮ ਇਨਟੇਕ ਅੱਛਾ ਰੱਖੀਏ, ਆਪਣੀ ਆਇਰਨ ਅੱਛੀ ਰੱਖੀਏ, ਆਪਣੇ ਵਿਟਾਮਿਨ ਡੀ ਲੈਵਲ ਚੈੱਕ ਕਰਾਈਏ, ਜੇ ਆਪਾਂ ਇਹਨਾਂ ਦਾ ਧਿਆਨ ਰੱਖਾਂਗੇ ਤੇ ਸਾਨੂੰ ਪੀਰੀਅਡਸ 'ਚ ਵੀ ਪ੍ਰੋਬਲਮ ਘੱਟ ਆਏਗੀ, ਪ੍ਰੈਗਨੈਂਸੀ ਹੋਣ 'ਚ ਵੀ ਪ੍ਰੋਬਲਮ ਘੱਟ ਆਏਗੀ ਤੇ ਮੀਨੋਪੌਜ਼ 'ਚ ਵੀ ਪ੍ਰੋਬਲਮ ਘੱਟ ਤੋਂ ਘੱਟ ਆਉਣਗੀਆਂ। ਸਾਡੀ ਬੋਨ ਜ਼ਿਆਦਾ ਸਟਰੋਂਗ ਹੋਣਗੀਆਂ, ਆਸਟੀਓਪਰੋਸਿਸ ਨਹੀਂ ਹੋਏਗਾ। ਜਿਵੇਂ ਅੱਜ ਕੱਲ੍ਹ ਇਨਫਰਟੀਲਿਟੀ ਦੀ ਪ੍ਰੋਬਲਮ ਵੱਧ ਗਈ ਉਹ ਘੱਟ ਹੋਏਗੀ, ਕਿਉਂਕਿ ਅਸੀਂ ਅੰਦਰੋਂ ਹੀ ਤੰਦਰੁਸਤ ਹਾਂ। ਠੀਕ ਹੈ, ਤੇ ਹੈਲਥ ਤੇ ਨਿਊਟ੍ਰੀਸ਼ਨ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਸਭ ਚੀਜ਼ਾਂ 'ਚ। ਤੇ ਕਿਹੜੇ ਖਾਣ ਪਾਨ 'ਚ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ, ਕੀ ਖਾਣਾ ਚਾਹੀਦਾ ਹੈ? ਖਾਣ 'ਚ ਜਿਵੇਂ ਸਾਨੂੰ ਆਪਣੇ ਰੋਜ਼ਮर्रा ਦੀ ਜ਼ਿੰਦਗੀ 'ਚ ਇੱਕ ਫੈਟ ਹੁੰਦਾ, ਇੱਕ ਕਾਰਬੋਹਾਈਡਰੇਟ ਹੁੰਦੇ, ਇੱਕ ਪ੍ਰੋਟੀਨਸ ਹੁੰਦਾ। ਪ੍ਰੋਟੀਨ ਸਾਡੇ ਬੇਸਿਕ ਬਿਲਡਿੰਗ ਬਲੌਕ ਹੈ ਬੋਡੀ ਦੇ, ਜਿਹੜੇ ਸਾਡੀ ਬੋਡੀ ਦੀ ਨਰਿਸ਼ਮੈਂਟ ਜ਼ਿਆਦਾ ਸਭ ਤੋਂ ਅੱਛੀ ਕਰਦੇ ਨੇ। ਅਸੀਂ ਇੰਡੀਅਨ ਜ਼ਿਆਦਾਤਰ ਵੈਜੀਟੇਰੀਅਨ ਹੁੰਦੇ, ਸਾਡੀ ਡਾਇਟ 'ਚ ਪ੍ਰੋਟੀਨ ਸਭ ਤੋਂ ਘੱਟ ਹੁੰਦਾ। ਸਾਨੂੰ ਰੋਜ਼ ਦੇਖਣਾ ਚਾਹੀਦਾ ਕਿ ਅਸੀਂ ਕਿਸੇ ਨਾ ਕਿਸੇ ਪ੍ਰਕਾਰ 'ਚ ਪ੍ਰੋਟੀਨ, ਜਿਵੇਂ ਦਾਲਾਂ, ਉਗਰੀ ਹੋਈ ਦਾਲਾਂ, ਠੀਕ ਹੈ, ਸੋਇਆ ਪਨੀਰ ਜਾਂ ਪਨੀਰ ਜਨਰਲ, ਇਹ ਜ਼ਿਆਦਾ ਖਾ ਸਕਦੇ। ਨਿਊਟਰੀ ਨਗੇਟਸ, ਇਹਨਾਂ 'ਚ ਪ੍ਰੋਟੀਨ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹ ਨਹੀਂ ਮੈਂ ਕਹਿ ਰਹੀ ਕਿ ਤੁਸੀਂ ਬਾਕੀ ਫੈਟਸ ਨਾ ਖਾਓ ਤੇ ਕਾਰਬੋਹਾਈਡਰੇਟਸ ਉਹ ਵੀ ਨਾਲ ਖਾਣਾ ਪੈਂਦਾ, ਪਰ ਕੋਸ਼ਿਸ਼ ਇਹ ਰੱਖੀ ਉਹਨਾਂ ਦੇ ਨਾਲ ਸਾਨੂੰ ਆਪਣਾ ਪ੍ਰੋਟੀਨ ਇਨਟੇਕ ਅੱਛਾ ਰੱਖਣਾ ਚਾਹੀਦਾ। ਗ੍ਰੀਨ ਵੈਜੀਟੇਬਲਸ, ਨਟਸ, ਦੁੱਧ, ਦਹੀਂ, ਇਹ ਤਾਂ ਸਾਨੂੰ ਰੋਜ਼ ਕਿਸੇ ਨਾ ਕਿਸੇ ਫਾਰਮ 'ਚ ਆਪਣੇ ਖਾਣ 'ਚ ਲੈਣੇ ਚਾਹੀਦੇ ਨੇ। ਇਹਦੇ ਨਾਲ ਅਸੀਂ ਇੱਕ ਬੈਲੈਂਸ ਡਾਈਟ ਰੱਖਾਂਗੇ ਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਵਾਂਗੇ। ਤੇ ਕੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਅਕਸਰ ਅਸੀਂ ਇੰਨਾ ਕੁਝ ਖਾ ਲੈਂਦੇ ਆ, ਸਾਨੂੰ ਚਾਹੇ ਰੋਜ਼ ਡਾਕਟਰਸ ਤੋਂ ਸੁਣ ਲਈਏ ਬਟ ਫਿਰ ਵੀ ਕਲੈਰਿਟੀ ਨਹੀਂ ਹੁੰਦੀ ਕੀ ਖਾਈਏ ਕੀ ਨਾ ਖਾਈਏ। ਤੇ अवॉइड ਕੀ करना चाहिए? ऐसे अवॉइड तो आप कुछ भी नहीं कर सकते, क्योंकि सबका मन करता है कभी ना कभी बाहर खाने को, जंक खाने को। हम भी उनमें से हैं शायद, बट यस,
आप उसकी मात्रा कितना खाते हो। अब जैसे अब मौसम चेंज होगा, अब गर्मियों में बाहर में आप कच्ची चीजें तो बिल्कुल मत खाएं, बाहर से फ्रूट ना खाएं, जूस ना पिए, बाहर का तो ये बिल्कुल नहीं खाएं, इनसे टाइफॉइड और जल्दी इन्फेक्शन होते हैं, पेट खराब होते हैं। बाहर का और क्या अवॉइड करें, जैसे अब खाने के साथ आजकल बच्चे क्या करते हैं, कोक पीते हैं, राइट। वो सबसे गंदी प्रैक्टिस है, वो हमें करनी नहीं चाहिए। क्यों हम कोक पी रहे हैं, कोक के रोज इतने डिसएडवांटेजेस हमारे को पता चलता है, सानू ਅਸੀਂ ਦੇਖਦੇ ਹਾਂ, ਸਾਨੂੰ ਟੀਵੀ 'ਚ ਵੀ ਆਉਂਦੇ ਨੇ, ਤੁਹਾਡੇ ਚੈਨਲ 'ਚ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ, ਬਟ ਫਿਰ ਵੀ ਬੱਚੇ ਖਾਣ ਨਾਲ ਕੋਕ ਲੈਂਦੇ ਨੇ, ਵਿਚ ਇਜ਼ ਅ ਵੈਰੀ ਗੁੱਡ ਬੈਡ ਪ੍ਰੈਕਟਿਸ। ਸਾਨੂੰ ਬੱਚਿਆਂ ਨੂੰ ਇਨਕਲਕੇਟ ਕਰਦੇ, ਲੱਸੀ ਸਾਡੀ ਪੰਜਾਬ 'ਚ ਇੰਨੀ ਅੱਛੀ ਡਰਿੰਕ ਹੈ ਵਿਚ ਇਜ਼ ਨਿਊਟ੍ਰੀਸ਼ੀਅਸ ਹੈਲਦੀ, ਕਿਉਂ ਨਹੀਂ ਅਸੀਂ ਉਹ ਪ੍ਰਮੋਟ ਕਰਦੇ ਆਪਣੇ ਬੱਚਿਆਂ 'ਚ। ਇੱਕ ਸਿੰਪਲ ਜਿਹੀ ਡਰਿੰਕ ਹੈ, ਠੀਕ ਹੈ ਨਾ, ਨਿੰਬੂ ਪਾਣੀ, ਜੇ ਖਾਣਾ ਨਾਲ ਉਹਨਾਂ ਨੂੰ ਆਦਤ ਹੀ ਹੈ ਕੁਛ ਲਿਕੁਇਡ ਲੈਣ ਦੀ, ਤੇ ਆਪਾਂ ਇਹ ਪ੍ਰਮੋਟ ਕਰ ਸਕਦੇ ਹਾਂ, ਉਹਨਾਂ ਨੂੰ ਫਰੈਸ਼ ਜੂਸ ਦੇ ਸਕਦੇ ਹਾਂ। ਇਹ ਘਰ 'ਚ ਵੀ ਬਣ ਸਕਦਾ ਹੈ, ਈਜ਼ੀ ਹੈ, ਕੋਸਟ ਇਫੈਕਟਿਵ ਵੀ ਹੈ, ਤੇ ਬੱਚਿਆਂ ਦੀ ਸਿਹਤ ਲਈ ਬਹੁਤ ਅੱਛਾ ਹੈ। ਲਿਕੁਇਡ ਜ਼ਿਆਦਾ ਲੈਣ, ਨਾ ਖਾਣ ਲਈ ਸਾਨੂੰ 버ਗਰ, ਪੀਜ਼ਾ, ਇਹ ਸਭ ਚੀਜ਼ਾਂ, ਜੰਕ ਫੂਡ, ਚਿਪਸ ਹੋ ਗਏ, ਇਹ ਸਭ ਘੱਟ ਰੱਖਣੀਆਂ ਚਾਹੀਦੀਆਂ ਆਪਣੇ ਖਾਣ 'ਚ। ਤੇ ਫਿਰ ਉਸੇ ਕੁਐਸਚਨ ਤੇ ਆਉਂਦੇ ਆ ਕਿ ਕੀ ਕਾਰਨ ਹੈ ਕਿ ਸਭ ਤੋਂ ਜ਼ਿਆਦਾ ਅੱਜਕੱਲ ਕੁੜੀਆਂ ਬਹੁਤ ਹਾਈ ਰੇਟ ਹੈ, ਤੁਹਾਡੇ ਕੋਲ ਵੀ ਕਾਫੀ ਪੇਸ਼ੈਂਟਸ ਮੈਂ ਦੇਖੇ ਹੈ ਲਗਾਤਾਰ ਆਉਂਦੇ ਹੈ ਕਿ ਕੰਪਲਿਕੇਸ਼ਨਸ ਬਹੁਤ ਫੇਸ ਕਰਦੇ ਆ ਕਨਸੀਵ ਕਰਨ 'ਚ। सबसे पहले न्यूट्रिशनल हेल्थ विच इज़ नॉट गुड, स्ट्रेस जो इन्ना बढ़ गया, क्योंकि जनरली गर्ल्स भी हम सब वर्किंग हो गया ने, ते सिंगल फैमिली हो गई, न्यूक्लियर फैमिलीज हो गई ने, एक स्ट्रेस लेवल अलग तरह तो चल रहा है। सानू अपने लिए टाइम नहीं हैगा, किसी गर्ल्स ਨੂੰ ਵੀ ਤੇ ਹਸਬੈਂਡ ਵਾਈਫ ਤੋਂ ਉਹਨਾਂ ਨੂੰ ਆਪਣੇ ਲਈ ਟਾਈਮ ਨਹੀਂ ਹੈਗਾ, ਤੇ ਇੱਕ ਦੂਜੇ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੀਏ, ਸੋਚੀਏ ਆਪਣੇ ਬਾਰੇ 'ਚ। ਖਾਣ ਪੀਣ 'ਚ ਆਪਾਂ ਨਹੀਂ ਧਿਆਨ ਰੱਖਦੇ ਆਪਣਾ ਕਿੰਨਾ ਖਾ ਰਹੇ ਹਾਂ, ਆਪਣੇ ਨਿਊਟ੍ਰੀਸ਼ਨਲ ਰਿਕੁਆਇਰਮੈਂਟਸ ਪੂਰੀ ਨਹੀਂ ਕਰ ਰਹੇ, ਆਪਣੀ ਬੋਡੀ ਦੀ ਕੇਅਰ ਨਹੀਂ ਕਰ ਰਹੇ, ਐਕਸਰਸਾਈਜ਼ ਵੀ ਨਹੀਂ ਪ੍ਰੋਪਰ ਕਰਦੇ। ਉਹਦੇ ਨਾਲ ਕੀ ਹੁੰਦਾ, ਸਾਡੀ ਬੋਡੀ 'ਚ ਜਿਹੜੇ ਰੂਟੀਨ ਮੈਕੈਨਿਜ਼ਮ ਹੈ ਉਹ ਸਲੋ ਹੋ ਜਾਂਦੇ ਨੇ। ਇਹ ਐਕਸਰਸਾਈਜ਼, ਨਿਊਟ੍ਰੀਸ਼ਨ, ਜਨਰਲ ਹੈਲਥ, ਸਟ੍ਰੈਸ, ਇਹ ਸਭ ਚੀਜ਼ਾਂ ਮੈਟਰ ਕਰ ਰਹੀਆਂ ਨੇ ਸਾਨੂੰ ਪ੍ਰੈਗਨੈਂਸੀ ਪ੍ਰੋਬਲਮ ਆਉਣ 'ਚ। ਤੇ ਜਿਹੜੀ ਲੇਡੀਜ਼ ਹੁਣ ਪ੍ਰੈਗਨੈਂਟ ਹੈ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਆਪਣੀ ਸਿਹਤ ਦਾ ਇਸ ਵਕਤ ਕਿਵੇਂ ਧਿਆਨ ਰੱਖਣ, ਕੀ ਖਾਣ? ਜਦੋਂ ਵੀ ਅਸੀਂ ਸੋਚਦੇ ਹਾਂ, ਕੋਈ ਵੀ ਲੜਕੀ ਸੋਚਦੀ ਹੈ ਕਿ ਉਹਨੇ ਮਾਂ ਬਣਨਾ ਹੈ, ਉਹਦੀ ਤਿਆਰੀ ਕਰਨੀ ਹੁੰਦੀ, ਉਹਨੂੰ ਪਹਿਲੇ ਹੀ 2 ਮਹੀਨੇ ਪਹਿਲੇ ਐਟਲੀਸਟ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ। ਜਾ ਕੇ ਕੁਝ ਟੈਸਟ ਹੁੰਦੇ ਨੇ, ਜਿਵੇਂ ਕਹਿੰਦੇ ਪ੍ਰੀ ਪ੍ਰੈਗਨੈਂਸੀ ਟੈਸਟ, ਉਹ ਕਰਾਉਣੇ ਚਾਹੀਦੇ ਨੇ ਕਿ ਮੇਰੀ ਬੋਡੀ ਕਿੰਨੀ ਹੈਲਦੀ ਹੈ, ਕਿ ਮੈਂ ਪ੍ਰੈਗਨੈਂਸੀ ਰੱਖ ਪਾਵਾਂਗੀ ਕਿ ਨਹੀਂ ਰੱਖ ਪਾਵਾਂਗੀ। ਜੀ ਉਹ ਸਭ ਕੁਝ ਠੀਕ ਹੈ, ਫੋਲਿਕ ਐਸਿਡ ਸ਼ੁਰੂ ਕਰ ਲੈਣਾ ਚਾਹੀਦਾ ਹੈ ਐਟਲੀਸਟ 2 to 3 ਮੰਥਸ ਬਿਫੋਰ। ਅੱਜ ਕੱਲ੍ਹ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਐਟਲੀਸਟ 6 ਮੰਥਸ ਬਿਫੋਰ ਮਦਰ ਤੇ ਫੈਮਿਲੀ ਨੂੰ ਹੀ ਇੱਦਾਂ ਤਿਆਰੀ ਕਰਨੀ ਚਾਹੀਦੀ ਹੈ, ਜਿਵੇਂ ਅਸੀਂ ਕਹਿੰਦੇ ਗਰਭ ਸੰਸਕਾਰ। ਸਾਨੂੰ ਚੰਗੀ ਚੀਜ਼ਾਂ ਸੁਣਨੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੇ ਸਾਡੇ ਅੰਦਰ ਸੈਲਸ ਨੇ ਉਸ ਚੀਜ਼ਾਂ ਨੂੰ ਰਿਸਪੌਂਡ ਕਰਨ, ਤੇ ਸਾਡਾ ਬੇਬੀ ਉਹਨਾਂ ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ ਸਟਰੋਂਗ ਬਣੇ, ਤੇ ਅਸੀਂ ਇਹ ਚੀਜ਼ਾਂ 'ਚ ਵਰਕ ਕਰ ਸਕਦੇ ਹਾਂ। ਜਿਵੇਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਨਾ, ਚੰਗੀ ਗੱਲ ਸੁਣੋ, ਹੈ ਨਾ, ਗਰਭ 'ਚ ਹੀ ਤੁਹਾਡੇ ਬੱਚਾ ਸਭ ਚੀਜ਼ਾਂ ਸਿੱਖਦਾ, ਤੇ ਮਦਰਸ ਨੂੰ ਤੇ ਫਾਦਰਸ ਨੂੰ ਵੀ, ਨਾਟ ਓਨਲੀ ਮਦਰਸ, ਫਾਦਰਸ ਜਿਹੜੇ ਨਾਲ ਰਹਿੰਦੇ ਨੇ ਉਹਨਾਂ ਨੂੰ ਵੀ ਉਸ ਵਾਤਾਵਰਨ ਕ੍ਰੀਏਟ ਕਰਨਾ ਚਾਹੀਦਾ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਬੱਚਾ ਹੈ ਉਹ ਤੰਦਰੁਸਤ ਹੋਵੇ। ਤੇ ਮਦਰ ਨੂੰ ਜਦੋਂ ਆ ਕੇ ਕਾਉਂਸਲਿੰਗ ਕਰਾਉਣਗੇ, ਟੈਸਟ ਕਰਾਉਣਗੇ, ਜੇ ਉਹ ਹੈਲਦੀ ਨੇ ਤੇ ਡਾਕਟਰ ਤੋਂ ਗੋ ਹੈਡ ਲੈ ਸਕਦੇ ਨੇ ਕਿ ਹੁਣ ਮੈਂ ਪ੍ਰੈਗਨੈਂਸੀ ਕਰ ਸਕਦੀ ਹਾਂ। ਤੇ ਜਦੋਂ ਵੀ ਪ੍ਰੈਗਨੈਂਟ ਹੋਣ, ਪਹਿਲੇ ਦਿਨ ਤੋਂ ਹੀ ਆਪਣੇ ਡਾਕਟਰ ਨੂੰ ਮਿਲਣ, ਆਪਣੀ ਡਾਈਟ ਦਾ ਧਿਆਨ ਰੱਖਣਗੇ, ਫੋਲਿਕ ਐਸਿਡ ਤੇ ਬਾਕੀ ਜਿਹੜੇ ਸਪਲੀਮੈਂਟਸ ਜਿਹੜੇ ਡਾਕਟਰ ਰਿਕਮੈਂਡ ਕਰਦੇ ਉਹ ਲੈਣ। ਜੇ ਕੋਈ ਮੈਡੀਕਲ ਰੀਜ਼ਨਸ ਨੇ ਪ੍ਰੋਬਲਮ ਆਉਂਦੇ ਤਾਂ ਉਹਦੇ ਨਾਲ ਧਿਆਨ ਰੱਖਣ, ਬਾਹਰ ਦਾ ਖਾਣਾ ਅਵੋਇਡ ਕਰਨ, ਘਰ ਦਾ ਅੱਛਾ ਤੰਦਰੁਸਤ ਖਾਣਾ ਖਾਣ, ਆਪਣੇ ਲਈ ਡਾਈਟ ਚਾਰਟ ਬਣਵਾਉਣ। ਇਹ ਸਭ ਚੀਜ਼ਾਂ ਉਹਨਾਂ ਦੀ ਹੈਲਦੀ ਪ੍ਰੈਗਨੈਂਸੀ ਆਊਟਕਮ ਲਈ ਬਹੁਤ ਚੰਗੀਆਂ ਨੇ। ਅਸੀਂ ਆਪਣੇ ਪੜਦਾਦੀਆਂ ਤੋਂ ਸੁਣਦੇ ਹੁੰਦੇ ਸੀ ਕਿ ਇੱਕ ਬੱਚਾ ਜਦੋਂ ਜੰਮਣ ਵਾਲਾ ਹੁੰਦਾ ਸੀਗਾ ਤੇ ਉਹ ਬਾਲਟੀ ਘਿਓ ਦੀ ਅੱਧਾ ਹੀ ਪੀ ਜਾਂਦੀਆਂ ਸਨ, ਹੁਣ ਤਾਂ ਅਸੀਂ ਕਤਰਾਉਂਦੇ ਹਾਂ ਕਿ ਘਿਓ ਨਹੀਂ, डाइट कॉन्शियस हो गए। घी कोई खराब चीज नहीं होती, अगर आप राइट अमाउंट में खाओ कोई ऐसा खराब नहीं। हमारी दादियां जो घी खाती थी वो काम बहुत करती थी, उनका फिजिकल वर्क इतना होता था कि उनको घी पता ही नहीं चलता था। अब हमारा फिजिकल वर्क तो उतना है नहीं, हम ज्यादातर चेयर पर बैठ के काम करते हैं, हमारी एक्टिव एक्सरसाइज इतनी नहीं है, तो हम ऐसा नहीं कि हम देसी घी ना खाएं, वो बुरा नहीं होता, खा सकते हैं, पर उसकी मात्रा में ध्यान रखें। और अगर आपके फैमिली में कोई रीजंस हैं, जैसे कोई ब्लड प्रेशर हो या कोलेस्ट्रॉल लेवल हो, तब आपको ज्यादा ध्यान रखना चाहिए। ऐसे घी खाने में कोई प्रॉब्लम नहीं, व्हाइट बटर इज बेस्ट, हेल्थ वाइज भी बहुत अच्छा है। बहुत बहुत शुक्रिया डॉक्टर साहब। थैंक यू। सत श्री अकाल। ਤੇ ਮੈਂ ਚਾਹਾਂਗੀ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਪਹਿਲੇ ਤੋਂ ਹੀ ਆਪਣਾ ਧਿਆਨ ਰੱਖਣ, ਨਿਊਟ੍ਰੀਸ਼ਨ ਵਾਈਜ਼, ਫਿਜ਼ੀਕਲੀ, ਮੈਂਟਲੀ, ਇਮੋਸ਼ਨਲੀ, ਤਾਂ ਕਿ ਅਸੀਂ ਜਿਹੜੇ ਅੱਗੇ ਬੱਚੇ ਜਾਣਾਂਗੇ ਉਹ ਵੀ ਬਹੁਤ ਮੈਂਟਲੀ ਤੰਦਰੁਸਤ ਹੋਣ। ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਮੈਂਟਲ ਇਸ਼ੂਜ਼ ਵੀ ਆ ਰਹੇ ਨੇ, ਤੇ ਅਸੀਂ ਜੇ ਅੱਜ ਤੋਂ ਆਪਣਾ ਧਿਆਨ ਰੱਖਾਂਗੇ ਤੇ ਅੱਗੇ ਵਾਸਤੇ ਆਪਣੀ ਚੰਗੀ ਜਨਰੇਸ਼ਨ ਪੈਦਾ ਹੋ ਸਕੇਗੀ।
ਬਹੁਤ ਬਹੁਤ ਸ਼ੁਕਰੀਆ। ਤੇ ਇਹ ਸੀ ਡਾਕਟਰ ਵਿਧੂ ਮੋਦਗਿਲ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਵਿਮਨ ਬਾਰੇ ਕਿ ਕੁੜੀਆਂ ਨੂੰ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ। ਹੋਰ ਖਬਰਾਂ ਲਈ ਦੇਖਦੇ ਰਹੋ ਔਨ 에ਅਰ। ਕੈਮਰਾਮੈਨ ਹਰਵਿੰਦਰ ਦੇ ਨਾਲ ਜਸਨੂਰ ਤਵਨ, ਔਨ 에ਅਰ ਲੁਧਿਆਣਾ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਰੋਜ਼ਾਨਾ ਸਵੇਰੇ 4 ਤੋਂ 8 ਵਜੇ ਤੇ ਸ਼ਾਮ 4:30 ਤੋਂ 7:30 ਤੱਕ ਔਨ 에ਅਰ ਤੇ।